ਦਾਖਲ ਵੀ ਹੁੰਦੇ ਹੋ ਨਾ, ਤੁਹਾਨੂੰ ਕੋਈ ਫਰਕ ਨਹੀਂ ਲੱਗਦਾ। ਬੋਲੀ ਦੇ ਲਿਹਾਜ਼ ਦੇ ਨਾਲ ਵੀ ਨਹੀਂ ਲੱਗਦਾ। ਨਹੀਂ, ਬੋਲੀ ਤਾਂ ਖੈਰ ਤੁਹਾਡੀ ਬਹੁਤ ਮਿੱਠੀ ਹੈ ਸਾਡੇ ਨਾਲੋਂ, ਬਹੁਤ ਹੀ ਤੁਸੀਂ ਪੰਜਾਬੀ ਨੂੰ ਸਾਨੂੰ ਬਹੁਤ, ਮੈਨੂੰ ਹੀ ਲੱਗਦਾ ਹੁੰਦਾ ਸੀ ਕਿ ਪੰਜਾਬ 'ਚ ਅਸੀਂ ਪੰਜਾਬੀ ਬੋਲਦੇ ਹਾਂ, ਸ਼ਾਇਦ ਅਸੀਂ ਹੀ ਪੰਜਾਬੀ ਬੋਲਣ ਵਾਲੇ ਹਾਂ, ਪਰ ਪਾਕਿਸਤਾਨ ਦਾ ਲਾਹੌਰ ਹੈ ਜਿਹੜਾ ਪੰਜਾਬ ਹੈ, ਇਹ ਕਿਤੇ ਵੱਧ ਅੱਗੇ ਹੈ, ਕਿੰਨੀ ਵੱਧ ਮੁਹੱਬਤ ਹੈ ਇੱਥੇ ਲੋਕਾਂ ਨੂੰ। ਇਹ ਕਹਿੰਦੀ ਹਾਂ ਕਿ ਗੁਰੂ ਨਾਨਕ ਨੇ ਮੈਨੂੰ ਖੁਦ ਆਪਣੇ ਦਰਬਾਰ 'ਤੇ ਬੁਲਾਇਆ, ਖੁਦ ਮੈਨੂੰ ਸੱਦਾਇਆ ਸੀ ਅਤੇ ਮੈਂ ਉੱਥੇ ਹਾਜ਼ਰ ਹੋਈ ਹਾਂ। ਕਹਿੰਦੀ ਹਾਂ ਕਿ ਜਿਹੜਾ ਇਨਸਾਨ ਦੀ ਜੁੜਤ ਹੈ, ਇਨਸਾਨ ਪੈਦਾ ਹਰ ਧਰਮ ਦਾ ਇਨਸਾਨ ਆ ਜਿਹੜਾ ਇੱਕੋ ਤਰ੍ਹਾਂ ਪੈਦਾ ਹੁੰਦਾ, ਇੱਕੋ ਤਰ੍ਹਾਂ ਜ਼ਿੰਦਗੀ 'ਚ ਵਿਚਰਦਾ ਹੈ, ਉਸੇ ਤਰ੍ਹਾਂ ਉਹ ਆਪਣਾ ਨਿਭਾਅ ਕਰਦਾ ਤੇ ਚਲਿਆ ਜਾਂਦਾ। ਅਤੇ ਮੇਰਾ ਤਾਂ ਹੁਣ ਇਹੀ ਸੁਨੇਹਾ ਹੈਗਾ ਕਿ ਮੈਂ ਹੁਣ ਕੈਨੇਡਾ 'ਚ ਰਹਿੰਦੀ ਹਾਂ, ਉੱਥੇ ਵੀ ਜੇ ਕਿਤੇ ਅਸੀਂ ਪਾਕਿਸਤਾਨੀ ਦੇਖਦੇ ਹਾਂ, ਸਾਡੀ ਬੋਲੀ ਇੱਕ ਹੈ, ਸਾਡੀਆਂ ਸ਼ਕਲਾਂ ਇੱਕ ਨੇ, ਸਾਡੀ ਗੱਲਬਾਤ ਅਸੀਂ ਦੱਸ ਨਹੀਂ ਸਕਦੇ ਕਿ ਬੰਦਾ ਮੁਸਲਮਾਨ ਹੈ, ਸਿੱਖ ਹੈ, ਜਾਂ ਇੰਨੇ ਵਧੀਆ ਲੋਕ ਨੇ ਉਹ ਪਾਕਿਸਤਾਨ 'ਚ ਹੀ ਪੈਦਾ ਕਰਦੇ। ਤੁਸੀਂ ਅਫਜ਼ਲ ਸਾਹਿਰ ਨੂੰ ਦੇਖੋ ਕਿੰਨਾ ਅੱਛਾ ਹੋਸਟ ਹੈ, ਮੁਦੱਸਰ ਬਸ਼ੀਰ ਨੂੰ ਦੇਖੋ ਕਿੰਨਾ ਅੱਛਾ ਲਿਖਦੇ ਆ। ਮੇਰਾ ਮਨ ਮੇਰਾ ਉਸਤਾਦ ਹੈ। ਹਾਂਜੀ, ਮੇਰੇ ਜਿਸ ਤਰ੍ਹਾਂ 3 ਨਾਵਲ, ਇੱਕ ਸਫ਼ਰਨਾਮਾ, ਇੱਕ ਕਹਾਣੀਆਂ ਦੀ ਕਿਤਾਬ ਤੇ ਇੱਕ ਮੇਰੀ ਸਵੈ ਜੀਵਨੀ ਦਾ ਇੱਕ ਪੋਰਸ਼ਨ ਆ ਚੁੱਕਿਆ। ਇਸ ਤੋਂ ਅੱਗੇ ਮੇਰਾ ਇੱਕ ਨਾਵਲ ਹੈ ਜਿਹਦਾ ਹਜੇ ਸ਼ਾਇਦ ਮੈਂ ਉਹਦਾ ਟਾਈਟਲ ਕਿੰਨੀ ਖੁਸ਼ਕਿਸਮਤ ਆ ਤੂੰ, ਭਾਗਾਂ ਤੂੰ ਤਾਂ ਜਾ ਸਕਦੀ, ਅਸੀਂ ਤਾਂ ਜਾ ਨਹੀਂ ਸਕਦੇ। ਸਲਾਮ, ਆਦਾਬ ਤੇ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸ਼ਹਿਰੋਜ਼ ਸਾਹਿਬ। ਨਾਜ਼ਰੀਨ, ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਮੌਜੂਦ ਨੇ, ਉਹਨਾਂ ਦਾ ਤਾਲੁਕ ਚੜ੍ਹਦੇ ਪੰਜਾਬ ਤੋਂ ਹੈ ਤੇ ਕੈਨੇਡਾ 'ਚ ਲਾਹੌਰ ਦੇ ਵਿੱਚ 2 ਸਾਲ ਪਹਿਲੇ ਆਏ। ਉਹਨਾਂ ਨੇ ਪੰਜਾਬੀ ਕਲਚਰ ਤੇ ਲਾਹੌਰ ਦੇ ਕਲਚਰ ਨੂੰ ਦੇਖਿਆ ਤੇ ਉਹਨਾਂ ਨੇ ਬੜਾ ਖੁਸ਼ ਹੋਏ ਇਸ ਚੀਜ਼ ਨੂੰ ਦੇਖ ਕੇ। ਉਹਨਾਂ ਨੇ ਇੱਕ ਕਿਤਾਬ ਲਿਖੀ ਲਿਠੇ ਲੋਰ ਲਾਹੌਰ ਦੇ, ਤੇ ਉਹਨੂੰ ਕਾਫੀ ਪਜ਼ੀਰਾਈ ਮਿਲੀ ਤੇ ਨਾਲੇ ਇੰਟਰਨੈਸ਼ਨਲ ਅਵਾਰਡਸ ਨਾਲ ਨਵਾਜ਼ਿਆ ਗਿਆ। ਸਲਾਮ, ਸਤਿ ਸ੍ਰੀ ਅਕਾਲ। ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਤੁਹਾਡਾ? ਬਹੁਤ ਅੱਛਾ ਜੀ, ਬਹੁਤ ਅੱਛਾ। ਪਹਿਲੇ ਤਾਂ ਬਹੁਤ ਵੈਲਕਮ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਤਸ਼ਰੀਫ ਲਾਏ ਹੋ। ਅਸੀਂ ਦਿਲ ਦੀ ਅਥਾਹ ਗਹਿਰਾਈਆਂ ਦੇ ਨਾਲ ਤੁਹਾਨੂੰ ਮੁਬਾਰਕਬਾਦ ਦੇਣੇ ਆ ਤੇ ਨਾਲ ਵੈਲਕਮ ਕਰਨੇ ਆ। ਤੇ ਮੈਨੂੰ ਇਹ ਦੱਸੋ ਕਿ ਕਿੰਨੇ ਸਾਲ ਪਹਿਲੇ ਤੁਸੀਂ ਪਾਕਿਸਤਾਨ ਆਏ ਤੇ ਤੁਹਾਨੂੰ ਲਾਹੌਰ ਦੀ ਖੂਬਸੂਰਤੀ ਜਿਹੜੀ ਨਾ ਤੁਹਾਡੇ ਦਿਲ ਨੂੰ ਭਾ ਗਈ? ਸਭ ਤੋਂ ਪਹਿਲਾਂ ਤਾਂ ਇਸ ਨਿੱਘੇ ਸਵਾਗਤ ਲਈ ਬਹੁਤ ਤੁਹਾਡਾ ਧੰਨਵਾਦ। ਮੈਂ ਲਾਹੌਰ 2 ਸਾਲ ਪਹਿਲਾਂ ਆਈ ਸੀ, ਉਦੋਂ ਵੀ ਮੇਰੀ ਕਿਤਾਬ ਤੀਜੀ ਮਖਲੂਕ ਦਾ ਇੱਥੇ ਰਿਲੀਜ਼ ਸਮਾਰੋਹ ਸੀ ਅਤੇ ਮੈਂ 5-6 ਦਿਨ ਇੱਥੇ ਰਹਿਣ ਦੇ। ਜਦੋਂ ਮੈਂ ਸ਼ਹਿਰ ਨੂੰ ਦੇਖਿਆ, ਲੋਕਾਂ ਨੂੰ ਦੇਖਿਆ, ਲੋਕਾਂ ਦੀ ਮੁਹੱਬਤ ਨੂੰ ਦੇਖਿਆ, ਅਤੇ ਮੇਰੇ ਅੰਦਰ ਜਿਹੜੀ ਵਸੀ ਦੁਨੀਆ ਸੀ ਜਿਹਦੇ 'ਚ ਮੈਂ ਸੋਚਦੀ ਸੀ ਕਿ ਕਿੱਦਾਂ ਸਾਡੇ ਪੁਰਖੇ ਕਿਸ ਧਰਤੀ 'ਤੇ ਰਹਿ ਕੇ ਗਏ ਨੇ, ਕਿੱਥੋਂ ਇਹ ਜਿਹੜੀ ਚੀਜ਼ ਸਾਡੇ ਚੜ੍ਹਦੇ ਪੰਜਾਬ ਵਿੱਚ ਲੋਕ ਮਹਿਸੂਸ ਕਰਦੇ ਨੇ, ਉਹ ਗਲੀਆਂ, ਉਹ ਘਰ, ਉਹ ਮਕਬਰੇ, ਉਹ ਮਹਿਲਾਂ ਨੂੰ ਦੇਖ ਕੇ ਮੇਰਾ ਦਿਲ ਕੀਤਾ ਕਿ ਜਿਹੜੇ ਲੋਕ ਨਹੀਂ ਆ ਸਕਦੇ, ਸਾਨੂੰ ਰਹਿਮਤ ਹੈ ਉਸ ਖੁਦਾ ਦੀ, ਉਸ ਰੱਬ ਦੀ ਕਿ ਅਸੀਂ ਸ਼ਬਦਾਂ ਦੇ ਨਾਲ ਉਹਨਾਂ ਲੋਕਾਂ ਨੂੰ ਸੈਰ ਕਰਾ ਸਕਦੇ ਹਾਂ। ਅਤੇ ਵੱਡੀ ਗੱਲ ਇਹ ਸੀ ਕਿ ਮੇਰਾ ਆਪਣਾ ਮਨ ਸੀ ਕਿ ਇੰਨੇ ਬੇਸ਼ਕੀਮਤੀ ਪਲ ਨੇ, ਉਹਨਾਂ ਨੂੰ ਮੈਂ ਇੱਕ ਪਲ ਨੂੰ ਸਾਂਭ ਕੇ ਰੱਖਾਂ ਤਾਂ ਕਿ ਜਦ ਮੇਰਾ ਫਿਰ ਦਿਲ ਕਰੇ ਮੈਂ ਪੜ੍ਹ ਕੇ ਉਹਨੂੰ ਇੱਕ ਵਾਰੀ ਫਿਰ ਲਾਹੌਰ ਦੀ ਸੈਰ ਕਰ ਸਕਾਂ। ਸੋ ਉਸੇ ਤਾਂਘ ਦਿਨ ਬਰਕਰਾਰ ਰੱਖਦੇ ਆ, ਜਿੱਥੇ ਕਹਿੰਦੇ ਜਿੱਥੇ ਚਾਹ ਉੱਥੇ ਰਾਹ, ਅਤੇ ਫਿਰ ਸਬੱਬ ਬਣ ਗਿਆ ਅਤੇ ਅੱਜ ਮੈਂ ਤੁਹਾਡੇ ਵਿੱਚ ਫਿਰ ਹਾਜ਼ਰ ਹਾਂ ਜੀ। ਜੀ ਆਇਆਂ ਨੂੰ, ਜੀ ਆਇਆਂ ਨੂੰ। ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਵਾਪਸ ਗਏ ਹੋ ਅਤੇ ਤੁਹਾਨੂੰ ਕਿਵੇਂ ਕੀ ਤੁਸੀਂ ਸੋਚਿਆ ਕਿ ਮੈਂ ਜਿਹੜਾ ਹੈ ਨਾ ਲਾਹੌਰ ਜਾਂ ਪੰਜਾਬ ਦੇ ਕਲਚਰ ਨੂੰ ਆਪਣੇ ਲਫ਼ਜ਼ਾਂ ਦੇ ਵਿੱਚ ਲਿਖਾਂ? ਮੈਂ ਪਹਿਲਾਂ ਤਾਂ ਤੁਹਾਨੂੰ ਵਧਾਈ ਦੇਣੀ ਹੈ ਇਸ ਗੱਲ ਦੀ ਕਿ ਜਿਹੜੇ ਲਾਹੌਰੀਏ ਨੇ ਜਾਂ ਲਾਹੌਰ ਦੇ ਲੋਕ ਨੇ ਜਾਂ ਸ਼ਹਿਰ ਆ ਜਾਂ ਜੋ ਵੀ ਇੱਥੋਂ ਦੀ ਸਾਰੀ ਆਬੋ ਹਵਾ, ਉਹ ਤੁਸੀਂ ਬੜੀ ਸੰਭਾਲ ਕੇ ਰੱਖੀ ਹੈ। ਇਹਦੇ ਵਿੱਚ ਉਹ ਰੰਗ ਹੈ ਕਿ ਜਿਹੜਾ ਸਾਨੂੰ ਵਰ੍ਹਿਆਂ ਤੱਕ ਪਿੱਛੇ ਲੈ ਜਾਂਦਾ, ਅਤੇ ਉਹਦੀ ਮਿਠਾਸ, ਉਹਦੀ ਖੁਸ਼ਬੂ, ਉਹਦੀ ਮਹਿਕ, ਉਹ ਸਾਡੇ ਵਿਰਸੇ ਦੀ, ਵਿਰਾਸਤ ਦੀ, ਉਹ ਬਹੁਤ ਰੱਜ ਕੇ ਮਿਲਦੀ ਹੈ। ਅਤੇ ਮੈਂ ਜਦੋਂ ਇੱਥੋਂ ਗਈ ਹਾਂ, ਸੱਚ ਜਾਣਿਓ, ਕਾਫੀ ਦੇਰ ਤੱਕ ਮੇਰੇ ਤੋਂ, ਜਿਸ ਤਰ੍ਹਾਂ ਆਪਾਂ ਕਹਿੰਦੇ ਕੋਈ ਕਿਸੇ ਦਵਾਈ ਦਾ ਅਸਰ ਹੁੰਦਾ ਜਾਂ ਉਹਦੀ ਛਾਪ ਲੱਗੀ ਰਹੀ, ਅਤੇ ਮੈਂ ਉਸ ਸਰੂਰ ਦੇ ਵਿੱਚ ਜਿਉਂਦੀ ਰਹੀ, ਅਤੇ ਉਸ ਸਰੂਰ ਦੇ ਵਿੱਚੋਂ ਹੀ ਮੇਰੇ ਇਹ ਲਿਖਤ ਜਿਹੜੀ ਲੱਠੇ ਲੋਕ ਲਾਹੌਰ ਦੇ ਇਹ ਨਿਕਲੀ ਹੈ। ਅਤੇ ਮੈਨੂੰ ਲੱਗਦਾ ਕਿ ਮੇਰਾ ਤਿਲ ਫੁੱਲ ਹੈ ਇਹਨਾਂ ਲੋਕਾਂ ਦੀ ਪਿਆਰ ਮੁਹੱਬਤ ਅੱਗੇ ਇੱਕ ਸਜਦਾ ਹੈ, ਇੱਕ ਸਿਰ ਝੁਕਦਾ ਕਿ ਮੈਂ ਉਹਨਾਂ ਨੂੰ ਸਿਰਫ ਆਪਣੀ ਇੱਕ ਫੀਡਬੈਕ ਦਿੱਤੀ ਹੈ ਕਿ ਇਸ ਤਰ੍ਹਾਂ ਮੈਨੂੰ ਅਹਿਸਾਸ ਹੋਇਆ ਤੁਹਾਡੇ ਨਾਲ ਮਿਲ ਕੇ। ਅੱਛਾ, ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਕੀ ਫ਼ਰਕ ਵੇਖਿਆ ਤੁਸੀਂ? ਕਿਉਂਕਿ ਤੁਸੀਂ ਚੜ੍ਹਦੇ ਪੰਜਾਬ ਤੋਂ ਤੇ ਲਹਿੰਦੇ ਪੰਜਾਬ 'ਚ ਤੁਸੀਂ ਸਾਡੇ ਕੋਲ ਆਏ ਹੋ, ਉਹਦੀ ਸਕਾਫਤ ਕਿੰਨੀ ਮੁਖਤਲਿਫ ਹੈ ਇੱਥੋਂ ਦੇ ਹਵਾਲੇ ਨਾਲ, ਅਤੇ ਇਹਦੀ ਸਕਾਫਤ ਉੱਥੋਂ ਦੇ ਹਵਾਲੇ ਨਾਲ ਕਿੰਨੀ ਮੁਖਤਲਿਫ ਹੈ? ਵੈਸੇ ਮੈਂ ਸੱਚ ਜਾਣਿਓ, ਜਦੋਂ ਤੁਸੀਂ ਦਾਖਲ ਵੀ ਹੁੰਦੇ ਹੋ ਨਾ, ਤੁਹਾਨੂੰ ਕੋਈ ਫਰਕ ਨਹੀਂ ਲੱਗਦਾ। ਬੋਲੀ ਦੇ ਲਿਹਾਜ਼ ਦੇ ਨਾਲ ਵੀ ਨਹੀਂ ਲੱਗਦਾ? ਨਹੀਂ, ਬੋਲੀ ਤਾਂ ਖੈਰ ਤੁਹਾਡੀ ਬਹੁਤ ਮਿੱਠੀ ਹੈ ਸਾਡੇ ਨਾਲੋਂ, ਬਹੁਤ ਹੀ ਤੁਸੀਂ ਪੰਜਾਬੀ ਨੂੰ ਸਾਨੂੰ ਬਹੁਤ, ਮੈਨੂੰ ਹੀ ਲੱਗਦਾ ਹੁੰਦਾ ਸੀ ਕਿ ਪੰਜਾਬ 'ਚ ਅਸੀਂ ਪੰਜਾਬੀ ਬੋਲਦੇ ਹਾਂ, ਸ਼ਾਇਦ ਅਸੀਂ ਹੀ ਪੰਜਾਬੀ ਬੋਲਣ ਵਾਲੇ ਹਾਂ, ਪਰ ਪਾਕਿਸਤਾਨ ਦਾ ਲਾਹੌਰ ਹੈ ਜਿਹੜਾ ਪੰਜਾਬ ਹੈ, ਇਹ ਕਿਤੇ ਵੱਧ ਅੱਗੇ ਹੈ, ਕਿੰਨੀ ਵੱਧ ਮੁਹੱਬਤ ਹੈ ਇੱਥੇ ਲੋਕਾਂ ਨੂੰ, ਸ਼ਦਾਈ ਨੇ ਲੋਕ ਇਸ ਬੋਲੀ ਦੇ, ਔਰ ਜਿਹੜੀ ਮਿਠਾਸ ਹੈ, ਜਿਹੜਾ ਲਹਿਜ਼ਾ ਬੋਲਣ ਦਾ ਐਕਸੈਂਟ ਹੈ,
ਮਾਈਂਡ ਬਲੋਇੰਗ, ਤੇ ਉਹ ਦਿਲ ਕਰਦਾ ਰਹਿੰਦਾ ਕਿ ਇਹਨਾਂ ਨੂੰ ਸੁਣਦੇ ਜਾਓ। ਵੈਸੇ ਮੈਂ ਬਹੁਤ ਬੋਲਦੀ ਹਾਂ, ਬਟ ਜਦੋਂ ਮੈਂ ਕੋਈ ਲਾਹੌਰੀਆ ਬੋਲਦਾ ਤਾਂ ਮੈਂ ਚੁੱਪ ਕਰਕੇ ਸੁਣਦੀ ਹਾਂ। ਇਹਦੀ ਕੀ ਵਜ੍ਹਾ ਹੈ? ਕਿਉਂਕਿ ਤੁਸੀਂ ਦੇਖੋ ਕੀ ਕਰਦਾ ਵੇ, ਮਤਲਬ ਉਹ 'ਚ ਮਿਠਾਸ ਹੈ। ਜਿਸ ਤਰ੍ਹਾਂ ਉਰਦੂ ਦਾ ਮਿਕਸ ਹੋ ਜਾਣਾ ਨਾ ਲੈਂਗੁਏਜ ਦੇ ਵਿੱਚ, ਉਹ ਇਸ ਤਰ੍ਹਾਂ ਦਾ ਟੇਸਟ ਆ ਗਿਆ। ਜਾਂ ਮੈਂ ਕਹਿੰਦੀ ਹਾਂ ਕਿ ਤੁਹਾਡਾ ਜਾਂ ਤੁਸੀਂ ਆਪਣਾ ਉਹ ਵਿਰਸਾ ਇੰਨਾ ਸੰਭਾਲਿਆ ਹੋਇਆ ਕਿ ਉਹਦੇ ਵਿੱਚ ਹੋਰ ਭਾਸ਼ਾਵਾਂ ਦਾ ਜਿਹੜਾ ਮੇਲ ਆ ਬਹੁਤ ਘੱਟ ਮਿਲਦਾ ਹੈ। ਅੱਛਾ ਜੀ, ਬੜਾ ਸ਼ੁਕਰੀਆ ਤੁਹਾਡਾ। ਤੇ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਪਰਮਾਤਮਾ ਜਿਹੜੇ ਨੇ ਤੁਹਾਡੇ ਗੁਰੂ ਨਾਨਕ ਸਰਕਾਰ, ਉਹਨਾਂ ਵੱਲ ਜਦੋਂ ਤੁਸੀਂ ਪਹਿਲੀ ਵਾਰੀ ਸੋਚਿਆ ਕਿ ਮੈਂ ਜਾਣਾ ਹੈ, ਕਿਉਂਕਿ ਹਰ ਇਨਸਾਨ ਜਿਹੜਾ ਕੋਈ ਆਪਣੇ ਮਜ਼ਹਬ ਦੇ ਲਿਹਾਜ਼ ਦੇ ਨਾਲ ਉਹਦੀ ਕੋਈ ਮਜ਼ਹਬੀ ਪਲੇਸ ਹੋਵੇ ਤੇ ਉਹਨੂੰ ਇੱਕ ਚਾਹ ਹੁੰਦਾ, ਜਦੋਂ ਤੁਹਾਨੂੰ ਪਤਾ ਲੱਗਾ ਕਿ ਮੈਂ ਅੱਜ ਜਦੋਂ ਪਾਕਿਸਤਾਨ ਜਾ ਰਹੀ ਹਾਂ ਜਾਂ ਮੈਂ ਗੁਰੂ ਨਾਨਕ ਸਰਕਾਰ ਦੇ ਜਿਹੜਾ ਨਾ ਦਰ ਤੇ ਜਾਣਾ ਹੈ, ਤੇ ਉਸ ਟਾਈਮ ਤੁਹਾਡੀ ਕੀ ਫੀਲਿੰਗ ਸੀ? ਮੈਂ ਤਾਂ ਬੰਦਾ ਨਾ ਚੀਜ਼ ਆ, ਅਸੀਂ ਪਪਟ ਹਾਊਸ ਖੁਦਾ ਦੀ, ਉਸ ਰੱਬ ਦੀ। ਸਾਡੇ ਵਾਸਤੇ ਕੀ ਹੈ? ਹੱਦਾਂ ਸਰਹੱਦਾਂ, ਇਹ ਰਾਜਨੀਤਿਕ ਜਿਹੜੀਆਂ ਤਾਕਤਾਂ ਸਾਨੂੰ ਕਿੱਥੇ ਮਿਲਣ ਦਿੰਦੀਆਂ। ਮੈਂ ਤਾਂ ਇਹ ਕਹਿੰਦੀ ਹਾਂ ਕਿ ਗੁਰੂ ਨਾਨਕ ਨੇ ਮੈਨੂੰ ਖੁਦ ਆਪਣੇ ਦਰਬਾਰ ਤੇ ਬੁਲਾਇਆ, ਖੁਦ ਮੈਨੂੰ ਸੱਦਾਇਆ ਸੀ ਤੇ ਮੈਂ ਉੱਥੇ ਹਾਜ਼ਰ ਹੋਈ ਹਾਂ। ਤੇ ਉਸ ਵਡਭਾਗੇ ਲੋਕਾਂ 'ਚੋਂ ਆ, ਕਿਉਂਕਿ ਅਸੀਂ ਉੱਥੇ ਗੀਤ ਵੀ ਸੁਣਦੇ ਰਹਿੰਦੇ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਹੈ ਨਾ। ਤੇ ਉਹ ਇੱਕ ਰੀਝ ਪੂਰੀ ਹੋਈ ਹੈ ਜਿਹੜੀ ਕਿ ਪਤਾ ਨਹੀਂ ਕਿੰਨੇ ਦਹਾਕੇ ਪਹਿਲਾਂ ਮੇਰੇ ਅੰਦਰ ਪਲੀ ਸੀ, ਤੇ ਉਸ ਦਿਨ ਤੋਂ ਇੰਨੀ ਰਹਿਮਤ ਹੈ ਕਿ ਮੇਰੀ ਜ਼ਿੰਦਗੀ ਬਦਲ ਗਈ। ਮਾਸ਼ਾਅੱਲਾ ਜੀ, ਅੱਲਾ ਤੁਹਾਨੂੰ ਸਦਾ ਸਲਾਮਤ ਰੱਖੇ ਤੇ ਸਦਾ ਖੁਸ਼ ਰੱਖੇ। ਅੱਛਾ, ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਲਾਹੌਰ, ਕਿਉਂਕਿ ਇਹ ਜਿਹੜੀ ਕਿਤਾਬ ਹੈ ਤੁਹਾਡਾ ਇੱਕ ਸਫ਼ਰਨਾਮਾ ਹੈ ਲਾਹੌਰ ਤੇ ਪੰਜਾਬ ਤੇ, ਇੱਕ ਸਕਾਫਤੀ ਸਫ਼ਰਨਾਮਾ ਹੈ, ਤੇ ਇਹਦੇ ਵਿੱਚੋਂ ਤੁਸੀਂ ਆਵਾਮ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਜਾਂ ਸਕਾਫਤੀ ਲਿਹਾਜ਼? ਕਿਉਂਕਿ ਦੇਖਿਆ ਜਾਏ ਨਾ ਤੇ ਜਿਹੜੀਆਂ ਕੌਮਾਂ ਜਿਹੜੀਆਂ ਆਪਣੀ ਸਕਾਫਤ ਨਹੀਂ ਨੇ ਸਾਂਭ ਸਕਦੀਆਂ, ਉਹ ਤਬਾਹ ਹੋ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ, ਤੇ ਬੜੇ ਮਖਸੂਸ ਲੋਕ ਹੁੰਦੇ ਨੇ ਜਿਹੜੇ ਆਪਣੀ ਸਕਾਫਤ ਨੂੰ ਲੈ ਕੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਜਿਹੜਾ ਨਾ ਲੈ ਕੇ ਚੱਲਦੇ ਨੇ। ਹਾਂਜੀ, ਬਿਲਕੁਲ। ਮੈਂ ਤਾਂ ਇਹ ਕਹਿੰਦੀ ਹਾਂ ਕਿ ਜਿਹੜਾ ਇਨਸਾਨ ਦੀ ਜੁੜਤ ਹੈ, ਇਨਸਾਨ ਪੈਦਾ ਹਰ ਧਰਮ ਦਾ ਇਨਸਾਨ ਆ ਜਿਹੜਾ ਇੱਕੋ ਤਰ੍ਹਾਂ ਪੈਦਾ ਹੁੰਦਾ, ਇੱਕੋ ਤਰ੍ਹਾਂ ਜ਼ਿੰਦਗੀ 'ਚ ਵਿਚਰਦਾ ਹੈ, ਉਸੇ ਤਰ੍ਹਾਂ ਉਹ ਆਪਣਾ ਨਿਭਾਅ ਕਰਦਾ ਤੇ ਚਲਿਆ ਜਾਂਦਾ। ਤੇ ਬਾਕੀ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਇਨਸਾਨ ਦੀਆਂ ਖੁਦ ਬਣਾਈਆਂ ਹੋਈਆਂ ਨੇ। ਸਿਰਫ ਇੱਕ ਇਨਸਾਨ ਦੀ ਜਿਹੜੇ ਪੈਦਾਇਸ਼ ਹੈ ਉਹ ਖੁਦਾ ਦੇ ਹੱਥ 'ਚ, ਪਰਮਾਤਮਾ ਦੇ ਹੱਥ 'ਚ। ਤੇ ਅਸੀਂ ਪਹਿਲਾਂ ਵੀ ਬਹੁਤ ਨੁਕਸਾਨ ਉਠਾ ਚੁੱਕੇ ਹਾਂ ਇਹਨਾਂ ਚੀਜ਼ਾਂ ਦੇ ਹੱਥ ਚੜ੍ਹ ਕੇ। ਤੇ ਮੇਰਾ ਤਾਂ ਹੁਣ ਇਹੀ ਸੁਨੇਹਾ ਹੈਗਾ ਕਿ ਮੈਂ ਹੁਣ ਕੈਨੇਡਾ 'ਚ ਰਹਿੰਦੀ ਹਾਂ, ਉੱਥੇ ਵੀ ਜੇ ਕਿਤੇ ਅਸੀਂ ਪਾਕਿਸਤਾਨੀ ਦੇਖਦੇ ਹਾਂ, ਸਾਡੀ ਬੋਲੀ ਇੱਕ ਹੈ, ਸਾਡੀਆਂ ਸ਼ਕਲਾਂ ਇੱਕ ਨੇ, ਸਾਡੀ ਗੱਲਬਾਤ ਅਸੀਂ ਦੱਸ ਨਹੀਂ ਸਕਦੇ ਕਿ ਬੰਦਾ ਮੁਸਲਮਾਨ ਹੈ, ਸਿੱਖ ਹੈ ਜਾਂ ਕੌਣ ਹੈ। ਤੇ ਮੈਨੂੰ ਸਭ ਤੋਂ ਵੱਧ ਆਪਣਤ ਉਹੀ ਲੱਗਦੀ ਹੈ। ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਤੁਹਾਡਾ ਘੇਰਾ ਵੱਧਦਾ, ਦੁਨੀਆ 'ਚ ਤੁਸੀਂ ਵਿਚਰਦੇ ਹੋ, ਤਾਂ ਤੁਹਾਨੂੰ ਆਪਣੇ ਤੇ ਬੇਗਾਨਿਆਂ ਦੀ ਪਹਿਚਾਣ ਆਉਂਦੀ ਹੈ। ਤੇ ਮੇਰਾ ਤਾਂ ਇਹ ਸੁਨੇਹਾ ਕਿ ਇੱਧਰ ਵੀ ਲੋਕ ਤਰਸ ਰਹੇ ਨੇ, ਉੱਧਰ ਵੀ ਲੋਕ ਤਰਸ ਰਹੇ ਨੇ। ਕਦੇ ਲੋਕਾਂ ਦੀ ਇੰਨੀ ਪਾਵਰ ਹੋਵੇ ਕਿ ਹੱਦਾਂ ਸਰਹੱਦਾਂ ਅਸੀਂ ਪਰਿੰਦਿਆਂ ਵਾਂਗੂ ਪਾਰ ਕਰਿਆ ਕਰੀਏ। ਜਿਹੜੀ ਲੀਕਾਂ ਵਾਹ ਛੱਡੀਆਂ ਨੇ ਨਾ ਸਿਆਸਤਦਾਨਾਂ ਨੇ ਜਾਂ ਉਹਨਾਂ ਲੋਕਾਂ ਨੇ, ਦਿਲਾਂ ਜਿਹੜੀਆਂ ਜੁਦਾਈਆਂ ਪਾ ਛੱਡੀਆਂ, ਅੱਲਾ ਅੱਗੇ ਦੁਆ ਹੈ ਕਿ ਇਹ ਚੀਜ਼ਾਂ ਜਿਹੜੀਆਂ ਨਾ ਖਤਮ ਹੋਣ ਤੇ ਜਿਹੜੇ ਦਿਲ ਵਿਛੜੇ ਨੇ ਨਾ ਉਹ ਆਪਸ 'ਚ ਮਿਲ ਜਾਣ। ਤੇ ਮੈਂ ਕੁਝ ਹੋਰ ਸਵਾਲਾਤ ਤੁਹਾਡੇ ਨਾਲ ਕਰਨਾ ਚਾਹਾਂਗਾ। ਤੁਸੀਂ ਮੈਨੂੰ ਇਹ ਦੱਸੋ ਕਿ ਲਾਹੌਰ ਦਾ ਜਾਂ ਪਾਕਿਸਤਾਨ ਦਾ ਜਦੋਂ ਤੁਸੀਂ ਆਏ ਤੇ ਕਿਹੜੇ ਮੁਲਕਾਂ ਸ਼ਹਿਰਾਂ 'ਚ ਤੁਸੀਂ ਜਿਹੜਾ ਟੂਰ ਕੀਤਾ, ਤੇ ਕਿਹੜੇ ਲੋਕ ਜਿਹੜੇ ਨੇ ਨਾ ਤੁਹਾਡੇ ਦਿਲ ਨੂੰ ਲਾਹੌਰ ਤੋਂ ਇਲਾਵਾ ਭਾਏ? ਮੈਂ ਵੈਸੇ ਲਾਹੌਰ ਤੋਂ ਇਲਾਵਾ ਸਿਰਫ ਸ਼੍ਰੀ ਨਨਕਾਣਾ ਸਾਹਿਬ ਹੀ ਗਈ ਸੀ, ਕਿਉਂਕਿ ਮੇਰਾ ਟ੍ਰਿਪ ਬਹੁਤ ਛੋਟਾ ਸੀ, 5 ਦਿਨ ਦਾ ਸੀ। ਪਰ ਲਾਹੌਰ ਦੇ ਕਾਫੀ ਮੈਂ ਉਹ ਅੰਦਰੂਨੀ ਸ਼ਹਿਰ ਨੂੰ ਦੇਖਿਆ, ਮਸਜਿਦਾਂ ਦੇਖੀਆਂ, ਕਿਲ੍ਹਾ ਦੇਖਿਆ, ਹੋਰ ਥਾਵਾਂ 'ਤੇ ਗਈ। ਤੇ ਮੈਨੂੰ ਤਾਂ ਇਹ ਲੱਗਦਾ ਕਿ ਮੈਂ ਕਹਿ ਰਹੀ ਸੀ ਆਪਣੇ ਦੋਸਤਾਂ ਨੂੰ ਵੀ ਕਿ ਪਰਮਾਤਮਾ ਨੇ ਸਾਰੇ ਬਹੁਤ ਹੀ ਜਿਹੜੇ ਇੰਨੇ ਵਧੀਆ ਲੋਕ ਨੇ ਉਹ ਪਾਕਿਸਤਾਨ 'ਚ ਹੀ ਪੈਦਾ ਕਰ ਦਿੱਤੇ। ਤੁਸੀਂ ਅਫਜ਼ਲ ਸਾਹਿਰ ਨੂੰ ਦੇਖੋ, ਕਿੰਨਾ ਅੱਛਾ ਹੋਸਟ ਹੈ। ਮੁਦੱਸਰ ਬਸ਼ੀਰ ਨੂੰ ਦੇਖੋ, ਕਿੰਨਾ ਅੱਛਾ ਲਿਖਦੇ ਆ। ਜੇ ਮੈਂ ਨਾਂ ਲੈਣ ਲੱਗਾ ਸਾਰਿਆਂ ਦੇ ਕਾਫੀ ਮੁਸ਼ਕਿਲ ਹੈ, ਪਰ ਮੇਰੇ ਸਫ਼ਰਨਾਮੇ 'ਚ ਮੈਂ ਕੋਸ਼ਿਸ਼ ਕੀਤੀ ਹੈ ਕਿ ਹਰ ਉਸ ਸ਼ਖਸ ਨੂੰ ਉਸ ਨੂੰ ਮਾਣ ਸਤਿਕਾਰ ਦੇਵਾਂ ਜਿਹੜਾ ਮੇਰੇ ਅੰਦਰ ਪੈਦਾ ਹੋਇਆ ਉਹਨਾਂ ਲਈ। ਜੀ ਬਿਲਕੁਲ। ਅੱਛਾ, ਮੈਂ ਹਰਤ ਕੌਰ ਸਾਹਿਬਾ, ਹਰ ਸ਼ਖਸ ਜਿਹੜਾ ਨਾ ਜਦੋਂ ਕੋਈ ਲਿਖਦਾ ਹੈ ਜਾਂ ਲਿਖਾਰੀ ਹੋਵੇ, ਉਹਦਾ ਕੋਈ ਉਸਤਾਦ ਹੁੰਦਾ ਹੈ। ਤੁਹਾਡਾ ਕਿਹੜਾ ਉਸਤਾਦ ਹੈ? ਮੇਰਾ ਮਨ ਮੇਰਾ ਉਸਤਾਦ ਹੈ। ਕਿਉਂਕਿ ਮੈਂ ਜੇ ਤੁਹਾਨੂੰ ਦੱਸਾਂ, ਮੈਂ ਲਿਟਰੇਚਰ ਨਾ ਮੈਂ ਸਟੂਡੈਂਟ ਹਾਂ, ਲਿਟਰੇਚਰ ਦੀ ਨਾ ਮੈਂ ਪੜ੍ਹਾਇਆ, ਮੈਂ ਸਾਇੰਸ ਪੜ੍ਹੀ ਹੋਈ ਹੈ। ਮੈਂ ਮਤਲਬ ਸਾਇੰਸ ਪੜ੍ਹਾਈ ਸਾਰੀ ਜ਼ਿੰਦਗੀ ਹੈ ਅਧਿਆਪਕ ਦੇ ਤੌਰ 'ਤੇ। ਅਤੇ ਉਹ ਜਦੋਂ ਮੈਂ ਗੱਲ ਕਰਦੀ ਹਾਂ ਜਾਂ ਲਿਖਦੀ ਹਾਂ ਤਾਂ ਮੈਂ ਇੱਕ ਰੂਹ ਤੋਂ ਲਿਖਦੀ ਹਾਂ, ਆਪਣੇ ਅੰਦਰ ਦੀ ਗੱਲ, ਮਨ ਦੀ ਗੱਲ ਕਰਦੀ ਹਾਂ। ਅਤੇ ਜਦੋਂ ਮਨ ਦੀ ਗੱਲ ਤੁਸੀਂ ਕਰਦੇ ਹੋ ਸੱਚਾਈ ਨਾਲ, ਬਿਲਕੁਲ ਅੰਦਰੋਂ ਬਾਹਰੋਂ ਇੱਕ ਹੋ ਕੇ ਲਿਖਦੇ ਹੋ, ਤਾਂ ਉਹ ਲੋਕ ਪੜ੍ਹਦੇ ਆ, ਤੁਹਾਨੂੰ ਪਸੰਦ ਕਰਦੇ ਆ। ਮੈਨੂੰ ਨਹੀਂ ਪਤਾ, ਮੈਨੂੰ ਲੱਗਦਾ ਬਹੁਤ ਘੱਟ ਲਿਟਰੇਚਰ, ਗਿਣਵੇਂ ਲੋਕਾਂ ਦਾ ਲਿਟਰੇਚਰ ਪੜ੍ਹਿਆ, ਪਰ ਮੇਰੀ ਜਿਹੜੀ ਮਨ ਦੀ, ਮੈਂ ਬਹੁਤ ਵੱਡੇ ਸਾਰੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਮੈਂ ਸਜਦਾ, ਮੇਰਾ ਬਹੁਤ ਜ਼ਿਆਦਾ ਸਲਾਮ ਹੈ। ਪਰ ਮੈਂ ਕਿਸੇ ਨੂੰ ਫੋਲੋ ਨਹੀਂ ਕੀਤਾ। ਮੈਨੂੰ ਇਹ ਲੱਗਦਾ ਕਿ ਮੈਂ ਖੁਦ ਹੀ ਜੋ ਮੇਰਾ ਮਨ ਕਹਿੰਦਾ ਮੈਂ ਉਹ ਲਿਖਦੀ ਹਾਂ। ਰੱਬੋਂ ਤੁਹਾਡੇ ਮਨ ਦੇ ਵਿੱਚ ਅੱਲਾ ਨੇ ਇੱਕ ਐਸੀ ਅਤਾ ਕੀਤੀ ਹੈ ਕਿ ਜੋ ਤੁਸੀਂ ਸੋਚਦੇ ਹੋ ਮਨੋਂ ਮੁਖਲਸ ਹੋ ਕੇ ਦਿਲੋਂ, ਉਹ ਤੁਹਾਡੇ ਲਫ਼ਜ਼ਾਂ ਦੀ ਤਹਿਰੀਰ ਬਣ ਜਾਂਦੀ ਹੈ। ਕਈ ਵਾਰੀ ਕਿਉਂਕਿ ਹੁਣ ਜਿਵੇਂ ਤੁਸੀਂ ਸਫ਼ਰਨਾਮਾ ਵੀ ਲਿਖਿਆ ਮੈਂ, ਉਹ ਇੱਕ ਆਮਦ ਆ। ਮੈਂ ਕਹਿੰਦੀ ਹਾਂ ਕਿ ਜਿਹੜੀ ਇਹ ਵੀ ਇੱਕ ਰੂਹਾਨੀਅਤ ਜਿਹੜੀ ਤੁਹਾਨੂੰ ਪ੍ਰਦਾਨ ਕਰਦੀ ਹੈ ਨਾ, ਰਹਿਮਤ ਆ ਰੱਬ ਦੀ। ਲਿਖਣ ਤੋਂ ਬਾਅਦ ਵੀ ਕਈ ਵਾਰੀ ਜਦੋਂ ਪੜ੍ਹੋ, ਆਪ ਪੜ੍ਹੋ, ਅੱਛਾ ਮੈਂ ਲਿਖਿਆ,
ਕਿਉਂਕਿ ਉਹਦਾ ਮੂਡ ਇਸ ਤਰ੍ਹਾਂ ਦਾ, ਤੁਸੀਂ ਉਸ ਰੰਗ 'ਚ ਭਿੱਜੇ ਹੁੰਦੇ ਹੋ, ਤੁਸੀਂ ਪੂਰੇ ਇੱਕ ਸ਼ਫਾਫ ਹੋ ਕੇ ਲਿਖਦੇ ਹੋ। ਲਫ਼ਜ਼ਾਂ ਦੀ ਜਿਹੜੀ ਗਹਿਰਾਈ ਹੈ ਨਾ, ਉਹ ਜਜ਼ਬਾਤਾਂ ਦੇ ਵਿੱਚ ਜਿਹੜਾ ਨਾ ਤੁਸੀਂ ਲਿਖ ਦਿੰਦੇ ਹੋ। ਅੱਛਾ, ਮੈਨੂੰ ਇਹ ਦੱਸੋ ਕਿ ਅਪਕਮਿੰਗ ਤੁਹਾਡੇ ਪ੍ਰੋਜੈਕਟਸ ਕਿਹੜੇ ਨੇ, ਔਰ ਕੀ ਕੀ ਲਿਖਣਾ ਚਾਹ ਰਹੇ ਹੋ ਤੁਸੀਂ, ਤੇ ਕਿਹੜੀ ਕਿਹੜੀ ਕਿਤਾਬਾਂ ਤੁਹਾਡੀਆਂ ਆ ਰਹੀਆਂ, ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ, ਜਿਹੜੀ ਸਾਡੀ ਆਵਾਮ ਹੈ, ਖਾਂ ਲਹਿੰਦੇ ਪੰਜਾਬ ਦੀ, ਖਾਂ ਚੜ੍ਹਦੇ ਪੰਜਾਬ ਦੀ, ਉਹਨਾਂ ਨੂੰ ਪਤਾ ਚੱਲ ਸਕੇ। ਹਾਂਜੀ, ਮੇਰੇ ਜਿਸ ਤਰ੍ਹਾਂ 3 ਨਾਵਲ, ਇੱਕ ਸਫ਼ਰਨਾਮਾ, ਇੱਕ ਕਹਾਣੀਆਂ ਦੀ ਕਿਤਾਬ ਤੇ ਇੱਕ ਮੇਰੀ ਸਵੈ ਜੀਵਨੀ ਦਾ ਇੱਕ ਪੋਰਸ਼ਨ ਆ ਚੁੱਕਿਆ। ਇਸ ਤੋਂ ਅੱਗੇ ਮੇਰਾ ਇੱਕ ਨਾਵਲ ਹੈ ਜਿਹਦਾ ਹਜੇ ਸ਼ਾਇਦ ਮੈਂ ਉਹਦਾ ਟਾਈਟਲ ਚੰਨਣ ਰੁੱਖ ਰੱਖਾਂ। ਹਾਂਜੀ, ਚੰਨਣ ਰੁੱਖ, ਜਿਹੜੇ ਚੰਦਨ ਦਾ ਰੁੱਖ ਹਨ, ਉਹਦੇ ਵਿੱਚ ਪ੍ਰਵਾਸੀ ਜ਼ਿੰਦਗੀ ਦਾ ਤੇ ਜਿਹੜੇ ਮਿਸ ਮੈਚਸ ਨੇ, ਜਿਹੜੇ ਹਰਡਲਸ ਆਉਂਦੇ ਨੇ ਲੋਕ ਜਦੋਂ ਪ੍ਰਵਾਸ ਕਰਦੇ ਨੇ, ਉਹਨਾਂ ਤੇ ਥੋੜ੍ਹਾ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਰਾਈਟਰ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਸਮਾਜ ਜਿਹੜੀਆਂ ਔਕੜਾਂ ਦੇ ਵਿੱਚ ਵਿਚਰ ਰਿਹਾ, ਜੇ ਤੁਸੀਂ ਉਹਨਾਂ ਨੂੰ ਅਨਫੋਲਡ ਨਹੀਂ ਕਰਦੇ, ਤੁਸੀਂ ਪੁਰਾਣੀਆਂ ਹੀ ਗੱਲਾਂ ਕਰਦੇ ਰਹਿੰਦੇ ਹੋ, ਤਾਂ ਉਹ ਸੈਟੀਸਫਾਈ ਨਹੀਂ ਹੁੰਦੀ ਤੁਹਾਡਾ ਜਿਹੜਾ ਪਰਪਸ ਹੈ। ਤੇ ਲੇਖਕ ਹੋਣ ਦੇ ਨਾਤੇ ਜਿੰਨਾ ਕੁ ਵੀ ਮੈਂ ਹੈਗੀ ਹਾਂ, ਮੈਂ ਕੁਝ ਚਾਨਣ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ। ਤੇ ਉਸ ਤਰ੍ਹਾਂ ਦਾ ਸਮਾਜ, ਸਾਡੀਆਂ ਧੀਆਂ ਭੈਣਾਂ ਜਿਹੜੀਆਂ ਪ੍ਰਵਾਸ ਦੇ ਵਿੱਚ ਰੁਲਦੀਆਂ ਨੇ, ਜਾਂ ਜਿਸ ਤਰ੍ਹਾਂ ਦੇ ਉਹਨਾਂ ਨੂੰ ਚੈਲੰਜਸ ਆਉਂਦੇ ਨੇ, ਜਾਂ ਸਾਡੇ ਕੋਲੋਂ ਬਤੌਰ ਮਾਪੇ ਗਲਤੀਆਂ ਹੁੰਦੀਆਂ ਨੇ, ਉਹਨਾਂ ਨੂੰ ਮੈਂ ਨਸ਼ਰ ਕੀਤਾ ਤਾਂ ਕਿ ਜਿਹੜੀ ਆਉਣ ਵਾਲੀ ਅਪਕਮਿੰਗ ਜਨਰੇਸ਼ਨ ਆ ਉਹਨਾਂ ਚੀਜ਼ਾਂ ਤੋਂ ਜਾਣੂ ਹੋ ਸਕੇ। ਅੱਲਾ ਕਰੇ ਇੰਝ ਹੋਵੇ। ਅੱਛਾ, ਮੈਨੂੰ ਇਹ ਦੱਸਣਾ ਕਿ ਜਦੋਂ ਤੁਸੀਂ ਲੋਕਾਂ, ਤੁਹਾਡੇ ਦੋਸਤ ਅਹਿਬਾਬ, ਰਿਸ਼ਤੇਦਾਰ ਜਾਂ ਕਰੀਬੀ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਤੁਸੀਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵਾਪਸ ਗਏ ਹੋ, ਉਹਨਾਂ ਦੀ ਕੀ ਕੈਫੀਅਤ ਸਨ, ਉਹਨਾਂ ਦੇ ਕੀ ਸਵਾਲਾਤ ਸਨ, ਉਹਨਾਂ ਦੇ ਕੀ ਜਜ਼ਬਾਤ ਸਨ? ਪਹਿਲਾਂ ਤਾਂ ਆਉਣ ਤੋਂ ਪਹਿਲਾਂ ਤਾਂ ਕਹਿੰਦੇ ਹਾਏ ਸਾਨੂੰ ਵੀ ਨਾਲ ਲੈ ਜਾ ਟੈਚੀ 'ਚ ਪਾ ਕੇ, ਕਿਵੇਂ ਲੈ ਜਾ, ਸਾਨੂੰ ਨਾਲ ਲੈ ਜਾ। ਦੂਜੀ ਗੱਲ, ਬਹੁਤ ਜਿਹੜੇ ਇਹ ਮੈਂ ਤੁਹਾਨੂੰ ਸਾਰੇ ਉਹ ਡਾਇਲੋਗ ਦੱਸੂਗੀ ਜਿਹੜੇ ਮੈਜੋਰਿਟੀ 'ਚ ਲੋਕਾਂ ਨੇ ਕਹੇ, ਕਿੰਨੀ ਖੁਸ਼ਕਿਸਮਤ ਆ ਤੂੰ, ਭਾਗਾਂ ਵਾਲੀ ਆ ਤੂੰ, ਤਾਂ ਜਾ ਸਕਦੀ, ਅਸੀਂ ਤਾਂ ਜਾ ਨਹੀਂ ਸਕਦੇ ਕਿਉਂਕਿ ਮੈਂ ਕੈਨੇਡੀਅਨ ਸਿਟੀਜ਼ਨ ਆ, ਮੇਰੇ ਤੇ ਕੋਈ ਬਾਈਂਡਿੰਗ ਨਹੀਂ ਹੈ ਨਾ। ਤੇ ਦੂਸਰੀ ਗੱਲ ਹੈ ਕਿ ਜਦੋਂ ਮੈਂ ਇੱਥੋਂ ਵਾਪਸ ਜਾਂਦੀ, ਸਾਰੇ ਪੁੱਛਦੇ ਉਹ ਵੀ ਆਪਣੇ ਵਰਗੇ ਨੇ, ਪੰਜਾਬੀ ਬੋਲਦੇ ਨੇ, ਬਿਲਕੁਲ ਆਪਣੇ ਵਰਗੂ ਬੋਲਦੇ ਨੇ, ਕਿਹੋ ਜਿਹੇ ਸ਼ਹਿਰ ਨੇ, ਕਿਹੋ ਜਿਹੇ ਉਹਨਾਂ ਦੇ ਰੀਤੀ ਰਿਵਾਜ ਨੇ, ਤੇ ਤੈਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ। ਉਹਨਾਂ ਨੂੰ ਵੀ ਆਪਾਂ ਨੂੰ ਇੰਨਾ ਹੀ ਪਿਆਰ ਕਰਦੇ ਨੇ ਜਿਵੇਂ ਆਪਾਂ ਉਹਨਾਂ ਨੂੰ ਕਰਦੇ ਹਾਂ। ਉਹ ਸਿਰਫ ਜ਼ਮੀਨ ਤੇ ਲੀਕਾਂ ਵਹੀਆਂ ਨੇ, ਦਿਲਾਂ ਦੀਆਂ ਲੀਕਾਂ ਤੇ ਮਿਟਾ ਨਹੀਂ ਸਕਦਾ ਕੋਈ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਕੀਮਤੀ ਵਕਤ ਦੇ ਵਿੱਚ ਸਾਨੂੰ ਜਿਹੜਾ ਥੋੜ੍ਹਾ ਜਿਹਾ ਟਾਈਮ ਦਿੱਤਾ, ਤੇ ਅਸੀਂ ਤੁਹਾਨੂੰ ਜਿਹੜਾ ਨਾ ਦੁਬਾਰਾ ਵੈਲਕਮ ਕਰਨੇ ਆ, ਤੇ ਬਹੁਤ ਸ਼ੁਕਰੀਆ ਤੁਹਾਡਾ ਜੀ। ਨਾਜ਼ਰੀਨ, ਇਹ ਸਨ ਸਾਡੇ ਬੜੇ ਹੀ ਖੂਬਸੂਰਤ ਮਹਿਮਾਨ, ਸਾਡੀ ਮਾਨ, ਸਾਡੀ ਸ਼ਾਨ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਪਸੰਦ ਆਈ ਹੈ ਤੇ ਲਾਈਕ ਕਰੋ, ਸ਼ੇਅਰ ਕਰੋ। ਆਪਣੇ ਮੇਜ਼ਬਾਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।